ਉਹਨਾਂ ਦਿਨਾਂ ਦੀ ਗੱਲ ਹੈ ਕਿ ਜਨਰਲ ਜ਼ਿਆ ਸਾਹਿਬ ਆਪਣੇ ਅਰੂਜ ਵਿੱਚ ਸਨ ਔਰ ਇੱਕ ਕਨਵੈਨਸ਼ਨ ਹੋ ਰਿਹਾ ਸੀ ਇਸਲਾਮਾਬਾਦ ਵਿੱਚ, ਔਰ ਜਨਰਲ ਜ਼ਿਆ ਸਾਹਿਬ ਦੀ ਤਕਰੀਰ ਦੇ ਦੌਰਾਨ ਉਹ ਖੜੇ ਹੋ ਗਏ ਸਨ। ਤਕਰੀਰ ਦੇ ਦੌਰਾਨ ਖੜੇ ਹੋ ਗਏ ਔਰ ਉਹਨਾਂ ਕਿਹਾ ਜੀ ਤੁਸੀਂ ਸਾਡਾ ਮੌਕਫ ਸੁਣੋ। ਜ਼ਿਆ ਸਾਹਿਬ ਨੇ ਉਹਨਾਂ ਨੂੰ 3 ਵਾਰੀ ਕਿਹਾ ਕਿ ਤੁਸੀਂ ਬੈਠ ਜਾਓ। ਉਹਨਾਂ ਨੇ ਕਿਹਾ ਮੈਂ ਜਦੋਂ ਤੱਕ ਸੁਣੋਗੇ ਨਹੀਂ ਮੈਂ ਨਹੀਂ ਬੈਠਾਂਗਾ। ਤੇ ਉਹ ਇੰਸਪੀਰੇਸ਼ਨ ਨੇ, ਉਹਨਾਂ ਦੀ ਇੰਸਪੀਰੇਸ਼ਨ ਨੇ कि किस तरह। बहुत अच्छा और वाज़ेह जवाब है, लेकिन एक कन्फ्यूजन है या कह लो बई एक अजीब जी सूरत हाल है जिन्हों असी फेस कर रहे हैं। ਤੁਸੀਂ ਕਿਹਾ ਮੇਨ ਸਟ੍ਰੀਮ ਪਾਰਟੀਆਂ ਦੇ ਨਾਲ ਸਾਡਾ ਰਾਬਤਾ ਹੋਣਾ ਚਾਹੀਦਾ, ਸਾਡਾ ਤਲਕ ਹੋਣਾ ਚਾਹੀਦਾ, ਸਾਡੀ ਉਹਨਾਂ ਦੇ ਨਾਲ ਰੈਲੇਵੈਂਸ ਹੋਣੀ ਚਾਹੀਦੀ ਹੈ, ਸਾਡਾ ਉਹਨਾਂ ਨਾਲ ਇੱਕ ਅਸੀਂ ਉਹਨਾਂ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਤੇ ਪਾਰਟੀਆਂ ਨੇ ਮਿਨੋਰਟੀ ਵਿੰਗਸ ਤੇ ਬਣਾਏ ਨੇ, ਉਹਨਾਂ ਦੀ ਤੁਹਾਡੀ ਨਜ਼ਰ 'ਚ ਕੀ ਵੈਲਿਊ ਹੈ? ਬਹੁਤ ਅੱਛਾ ਸਵਾਲ ਹੈ। ਔਰ ਮੇਰਾ ਅੱਜ ਤੱਕ ਕੋਈ ਸਿਆਸੀ ਪਾਰਟੀ ਜੁਆਇਨ ਨਾ ਕਰਨ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਵੀ ਹੈ ਵੇ ਕਿ ਅਗਰ ਮੈਂ ਕੋਈ ਸਿਆਸੀ ਪਾਰਟੀ ਜੁਆਇਨ ਕੀਤੀ ਤੇ ਮੈਂ ਮਾਈਨੋਰਿਟੀ ਵਿੰਗ ਜੁਆਇਨ ਨਹੀਂ ਕਰਾਂਗਾ। मैं बाहर ही ठीक हाँ, ठीक है। क्यों कि मेरी सियासी सोच किसी होर कोलों घट है। ठीक है, ठीक है, हो सकता है मतलब मैनू उस लेवल तक पहुँचने होर 2 साल 4 साल 6 साल लग जाए, लेकिन जो तक मैं मेन स्ट्रीम पार्टी की मेन स्ट्रीम क्यादत या मेन स्ट्रीम का हिस्सा नहीं बनांगा, मैं मेन स्ट्रीम इशूज़ को समझना किस तरह शुरू करांगा। लिहाजा मैं कतई तौर पर माइनॉरिटी विंग्स के खिलाफ हाँ, नहीं होने चाहिए। ठीक है, मैनू पता वे कि पार्टीज़ विच एक कल्चरल विंग भी होंदा वे ते खवातीन दा विंग भी है वे, लेकिन देखो माइनॉरिटीज़ नू तुसी ओदे विच कंसिडर नहीं कर सकते बिकॉज माइनॉरिटीज़ एंड लेट मी से दिस, मैं बिलीव करना वा कि माइनॉरिटीज़ आर डिफरेंट, देयर इशूज़ आर डिफरेंट। तुसी उन्हां दे इशूज़ नू खवातीन दे इशूज़ नाल नहीं जोड़ सकते, तुसी उन्हां दे इशूज़ नू ट्रेडर्स दे इशूज़ नाल या कल्चरल या फनकारां दे इशू नाल कि जी ट्रेडर्स विंग है ते फलान उहदे नाल नहीं जोड़ सकते। साडे इशूज़ कंप्लीटली डिफरेंट ने, साडे मसाइल कंप्लीटली डिफरेंट ने, साडी सियासी पहचान बिल्कुल डिफरेंट है। बाकी साडे ग्रुप ने वो मेन स्ट्रीम दा ते ऑलरेडी हिस्सा ने जी, वो देखो वो मेन स्ट्रीम का भी हिस्सा ने और उन्होंने अपनी भी वो एक स्पेस मिली हुई है। तो असी क्योंकि मेन स्ट्रीम में अनफॉर्चुनेटली नहीं हाँ और सानू फिर मजीद कॉर्नर कर दिता गया। लिहाजा मेरा ख्याल है कि कम अज़ कम माइनॉरिटी विंग्स खत्म होने चाहिए ने। लोगों को तुसी मेन स्ट्रीम में लैके आओ, उन्होंने ओहदे देने शुरू करो और मैं शायद कह सकना वा कि तुसी जिम्मेदारियां दे के वेखो तुहानू फर्क नज़र आएगा। अगला सवाल है बड़ा खूबसूरत हो गया और इहदे नाल ही रलदा मिलदा सवाल है। ਤੁਸੀਂ ਹੁਣੇ ਥੋੜੀ ਦੇਰ ਪਹਿਲੇ ਕਿਹਾ ਬਈ ਤੁਸੀਂ ਹਾਮੀ ਹੋ ਇਲੈਕਸ਼ਨ ਦੇ, ਨਾਟ ਸਿਲੈਕਸ਼ਨ ਦੇ। ਜ਼ਰਾ ਮੈਨੂੰ ਦੱਸਿਆ ਜੇ ਕਿ ਜਿਹੜੇ ਮੌਜੂਦਾ ਸਾਡੇ ਸਿਲੈਕਟਡ, ਮੈਂ ਉਹਨਾਂ ਨੂੰ ਕਦੀ ਨੁਮਾਇੰਦੇ ਨਹੀਂ ਕਿਹਾ, ਮੈਂ ਉਹਨਾਂ ਨੂੰ ਕਹਿੰਦਾ ਪੋਲੀਟੀਕਲ ਡਮੀਜ਼ ਨੇ ਸਾਡੀਆਂ, ਜਿਹੜੇ ਸਾਡੇ ਮੌਜੂਦਾ ਪੋਲੀਟੀਕਲ ਡਮੀਜ਼ ਉੱਥੇ ਹੈ ਇਹਨੇ ਮੌਜੂਦ ਹੈਗੀਆਂ ਨੇ, ਜਿਹੜੇ ਸੋ ਕਾਲਡ ਆਪਣੇ ਆਪ ਨੂੰ ਨੁਮਾਇੰਦਾ ਕਹਿੰਦੇ ਨੇ, ਉਹ ਉਹਨਾਂ ਦੇ ਨੁਮਾਇੰਦੇ ਨੇ ਦਰਅਸਲ ਸਾਡੇ ਵਾਸਤੇ, ਉਹ ਸਾਡੇ ਨੁਮਾਇੰਦੇ ਉਹਨਾਂ ਵਾਸਤੇ ਨਹੀਂ। ਤੇ ਇਹ ਜਿਹੜੇ ਸਿਲੈਕਟਡ ਲੋਕ ਨੇ ਇਹਨਾਂ ਦੇ ਬਾਰੇ ਕੀ ਆਖੋਗੇ? ਅੱਛਾ, 2 ਗੱਲਾਂ ਨੇ, ਤੁਸੀਂ ਸ਼ਾਇਦ ਬਹੁਤ ਸਟਰੋਂਗ ਸਟੇਟਮੈਂਟ ਇਸਤੇਮਾਲ ਕਰ ਲਈ। ਦੇਖੋ ਤੁਹਾਡੇ ਜਾਂ ਮੇਰੇ ਸਮਝਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ਼ੂ ਹੈ ਵੀ ਗਵਰਨਮੈਂਟ ਕਿਹਦੇ ਨਾਲ ਡੀਲ ਕਰ ਰਹੀ ਹੈ ਜੀ, ਤੁਹਾਡੇ ਇੰਟਰਨੈਸ਼ਨਲ ਇਦਾਰੇ ਕਿਹਦੇ ਨਾਲ ਡੀਲ ਕਰ ਰਹੇ ਨੇ, ਉਹ ਉਹਨਾਂ ਨੁਮਾਇੰਦਿਆਂ ਨਾਲ ਹੀ ਡੀਲ ਕਰ ਰਹੇ ਨੇ ਉਹਨਾਂ ਨਾਲ ਹੀ ਗੱਲਬਾਤ ਕਰਦੇ ਨੇ। ਲਿਹਾਜ਼ਾ ਮੈਂ ਸਮਝਣਾ ਕਿ ਅਸੀਂ ਉਹਨਾਂ ਦੇ ਬਾਰੇ 'ਚ ਕੀ ਸਮਝਨੇ ਆ ਉਹ ਇੱਕ ਆਪਣੀ ਅਲੱਗ ਜਗ੍ਹਾ, ਲੇਕਿਨ ਵੈਨ ਇਟ ਕਮਸ ਟੂ ਦ ਨੈਸ਼ਨਲ ਇਸ਼ੂਜ਼ ਜਿਹੜੇ ਸਾਡੇ, ਮੇਰਾ ਖਿਆਲ ਹੈ ਸਾਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਉਹ ਸਾਡਾ ਕਮ ਅਜ਼ ਕਮ ਫੇਸ 'ਤੇ ਹੈ ਨੇ ਪਾਰਲੀਮੈਂਟ ਵਿੱਚ। ਉਹਨਾਂ ਦੀ ਕਪੈਸਿਟੀ ਕੀ ਹੈ ਉਹ ਇੱਕ ਮੁਖਤਲਿਫ ਸਵਾਲ ਹੈ। ਮੈਂ ਤੁਹਾਨੂੰ ਸਿਰਫ ਇੱਕ ਗੱਲ ਪੁੱਛਾਂਗਾ, ਜਦੋਂ ਸਾਡੇ ਇਲੈਕਟਿਡ ਨੁਮਾਇੰਦੇ ਸਨ ਕਿਹੜੀ ਕਾਨੂੰਨ ਸਾਜ਼ੀ ਪਾਰਲੀਮੈਂਟ 'ਚੋਂ ਪਾਸ ਨਹੀਂ ਹੋਈ? ਇਲੈਕਟ ਹੋ ਕੇ ਆਏ ਸਨ ਨਾ, ਵੋਟ ਲੈ ਕੇ ਆਏ ਸਨ ਨਾ, और वोट लैके आन दे 2 दिनों बाद वो कोई ना कोई पोलिटिकल पार्टी ज्वाइन करते सन। ठीक है जी, करनी होंदी सी और ज्वाइन करन दे बाद उन्हां दी हैसियत भी बिल्कुल वही हो जांदी सी जिहड़ी साडियां हुण नुमाइंदे, उन्हां नूं पार्टी लाइन दे नाल टो करना पैंदा सी, पार्टी लाइन दे नाल चलना पैंदा सी। और मैं ਉਹਦੇ ਵਿੱਚ ਜਾਣਾ ਹੀ ਨਹੀਂ ਚਾਹੁੰਦਾ ਕਿ ਕਿਹੜੇ ਕਾਨੂੰਨ ਪਾਸ ਹੋਏ ਜਦੋਂ ਸਾਡੇ ਇਲੈਕਟਿਡ ਨੁਮਾਇੰਦੇ ਬੈਠੇ ਹੋਏ ਸਨ ਅਸੈਂਬਲੀਆਂ ਵਿੱਚ। ਇਸ਼ੂ ਇਹ ਮੈਂ ਹੁਣ ਵੀ ਇਹ ਕਹਿਣਾ ਵਾ ਨਾਸਿਰ ਸਾਹਿਬ, ਇਸ਼ੂ ਸ਼ਾਇਦ ਇਲੈਕਸ਼ਨ ਜਾਂ ਸਿਲੈਕਸ਼ਨ ਦਾ ਉਹਨਾਂ ਨਹੀਂ ਹੈ ਜਿੰਨਾ ਕਪੈਸਿਟੀ ਦਾ ਹੈ। ਇੱਕ ਨੁਮਾਇੰਦਾ ਸਿਲੈਕਟ ਹੋ ਕੇ ਵੀ ਜਾ ਕੇ ਸ਼ਾਇਦ
ਪਰਫਾਰਮ ਕਰ ਸਕਦਾ ਹੈ ਬਸ਼ਰਤੀਆ ਕਿ ਉਹ ਪਰਫਾਰਮ ਕਰਨਾ ਚਾਹੁੰਦਾ ਹੋਏ ਜਾਂ ਉਹਦੇ ਵਿੱਚ ਪਰਫਾਰਮ ਕਰਨ ਦੀ ਐਬਿਲਿਟੀ ਹੋਏ। ਅਸੀਂ ਅੱਜ ਇਲੈਕਸ਼ਨ ਸਿਸਟਮ ਲੈ ਵੀ ਲੈਨੇ ਆ, ਤੁਹਾਡਾ ਪਾਕਿਸਤਾਨ ਦਾ ਇਲੈਕਸ਼ਨ ਜਿਹੜਾ ਵੇ ਉਹ ਅੱਜ ਕੱਲ ਸਾਰਾ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਦੇ ਉੱਤੇ ਵੇ, ਬਿਲਕੁਲ ਠੀਕ ਹੈ ਜੀ, ਅਖਰਾਜਾਤ ਤੇ ਤੁਸੀਂ ਕਹਿੰਦੇ ਹੋ ਕਿ ਜੀ ਹਲਕਾ ਬੰਦੀਆਂ ਕਰ ਲਓ, 10 ਸੀਟਾਂ ਨੇ ਨਾ, 10 ਹਲਕੇ ਬਣਨਗੇ, ਹੁਣ ਪੂਰੇ ਪਾਕਿਸਤਾਨ ਨੂੰ 10 ਹਲਕਿਆਂ 'ਚ ਜ਼ਰਾ ਤਕਸੀਮ ਕਰੋ ਤੇ ਵੇਖੋ ਤੁਹਾਡਾ ਹਲਕਾ ਕਿੱਥੋਂ ਕੀ ਬਣੇਗਾ, ਜਾਂ ਵੋਟਾਂ ਤੇ ਤਕਸੀਮ ਕਰ ਲਓ, ਠੀਕ ਹੈ ਜੀ। ਇਲੈਕਸ਼ਨ ਕੌਣ ਜਿੱਤੇਗਾ? ਇਲੈਕਸ਼ਨ ਅਲਟੀਮੇਟਲੀ ਹੋਈ ਜਿਹਦੇ ਕੋਲ ਕੋਈ ਚਾਰ ਦਮੜੀਆਂ ਹੋਣਗੀਆਂ। ਚਾਰ ਦਮੜੀਆਂ, ਤੇ ਕੀ ਇਹ ਜ਼ਰੂਰੀ ਹੈ ਕਿ ਜਿਹਦੇ ਕੋਲ ਚਾਰ ਦਮੜੀਆਂ ਹੋਣਗੀਆਂ ਉਹਦੇ ਕੋਲ ਪੋਲੀਟੀਕਲ ਸਿਆਸੀ ਬਸੀਰਤ ਵੀ ਹੋਏਗੀ? ਠੀਕ ਹੈ, ਤੇ ਇਸ਼ੂ ਇਹ ਵੇ ਕਿ ਹੁਣ ਸਾਡੀ ਆਵਾਮ ਨੂੰ ਵੀ ਇਹ ਦੇਖਣਾ ਵੇ ਕਿ ਅਗਰ ਇਹ ਸਿਸਟਮ ਤਬਦੀਲ ਵੀ ਹੁੰਦਾ ਹੈ ਤੇ ਨੁਮਾਇੰਦੇ ਕਿਹੜੇ ਸਾਡੇ ਨੁਮਾਇੰਦੇ ਅੱਗੇ ਜਾਂਦੇ ਨੇ। ਅਸੀਂ ਓਵਰਆਲ ਮਾਸ਼ਰੇ ਦਾ ਹਿੱਸਾ ਨਾ ਬਣੀਏ ਕਿ ਜਿੱਥੋਂ ਸਾਨੂੰ ਸਾਡਾ ਛੋਟਾ ਜਿਹਾ ਇੱਕ ਫਾਇਦਾ ਨਜ਼ਰ ਆ ਰਿਹਾ ਹੋਵੇ ਉਹਨੂੰ ਵੇਖ ਕੇ ਤੇ ਵੋਟ ਦੇ ਦਈਏ। ਨਹੀਂ, ਲੈਟਸ ਥਿੰਕ, ਔਰ ਇਹ ਤੁਹਾਡੀ ਇੰਟੈਲੀਜੈਂਸੀਆ ਨੇ ਕਰਨਾ ਵੇ, ਇਹ ਤੁਹਾਡੇ ਦਾਨਿਸ਼ਵਰਾਂ ਨੇ ਕਰਨਾ, ਇਹ ਤੁਹਾਡੇ ਸੋਸ਼ਲ ਵਰਕਰਸ ਨੇ ਕਰਨਾ ਹੈ ਕਿ ਇੱਕ ਗ੍ਰਾਸ ਰੂਟ ਲੈਵਲ ਤੋਂ ਇੱਕ ਤਬਦੀਲੀ ਲੈ ਕੇ ਆਉਣੀ ਹੈ, ਲੋਕਾਂ ਨੂੰ ਸਿਆਸੀ ਸੋਚ ਦੇਣੀ ਹੈ। ਅਨਫੋਰਚੂਨੇਟਲੀ ਗ੍ਰਾਸ ਰੂਟ ਲੈਵਲ ਤੇ ਹੁਣ ਉਹ ਸਿਆਸੀ ਸੋਚ ਨਹੀਂ ਹੈ। ਮੈਂ ਨਹੀਂ ਕਹਿ ਰਿਹਾ ਕਿ ਬਿਲਕੁਲ ਨਹੀਂ ਹੈ, ਕਿਉਂਕਿ ਮੈਂ ਗ੍ਰਾਸ ਰੂਟ ਲੈਵਲ ਤੇ ਐਸੇ ਸਿਆਸੀ ਵਰਕਰ ਵੇਖੇ ਨੇ ਕਿ ਤੁਸੀਂ ਹੈਰਾਨ ਰਹਿ ਜਾਓ ਕਿ ਲੋਕਾਂ ਦੀ ਸੋਚ ਕੀ ਹੈ, ਬਸੀਰਤ ਕੀ ਹੈ, ਔਰ ਉਹ ਲੋਕੀ ਸਿਆਸਤ ਕਰਦੇ ਨੇ ਔਰ ਉਹ ਥੜੇ ਦੀ ਸਿਆਸਤ ਕਰਦੇ ਨੇ ਜਿਹੜੀ ਐਕਚੁਅਲ ਸਿਆਸਤ ਹੈ, ਠੀਕ ਹੈ। ਲੇਕਿਨ ਉਹ ਬੰਦਾ ਕਿਉਂਕਿ ਮੇਰੇ ਖਿਆਲ ਚ ਪਾਕਿਸਤਾਨ ਦੇ ਵਿੱਚ ਇਲੈਕਟੋਰਲ ਕਾਲਜ ਜਿਹੜਾ ਹੈ ਉਹ ਦਰਅਸਲ ਸਾਡਾ ਥੜਾ ਹੀ ਹੈ, ਠੀਕ ਹੈ, ਔਰ ਉਹ ਲੋਕੀ ਉੱਥੇ ਦੀ ਸਿਆਸਤ ਕਰਦੇ ਨੇ। ਲੇਕਿਨ ਅਨਫੋਰਚੂਨੇਟ ਇਹ ਵੀ ਕਿ ਅਗਰ ਸਾਡਾ ਨਿਜ਼ਾਮ ਤਬਦੀਲ ਹੋ ਜਾਂਦਾ ਹੈ, ਇਲੈਕਸ਼ਨ ਦਾ ਨਿਜ਼ਾਮ ਆਉਂਦਾ ਹੈ, ਔਰ ਆਉਣਾ ਵੀ ਚਾਹੀਦਾ ਹੈ, ਕਿਉਂਕਿ ਕਿਸੇ ਵੀ ਸਿਆਸੀ ਨੁਮਾਇੰਦੇ ਦਾ ਇਤਸਾਬ ਸਿਰਫ ਵੋਟ ਕਰ ਸਕਦੀ ਹੈ। ਮੇਰਾ ਵੋਟ ਕਰ, ਇਹੀ ਗੱਲ ਹੈ ਜਿਹੜੀ ਸਿਲੈਕਸ਼ਨ ਔਰ ਇਲੈਕਸ਼ਨ, ਠੀਕ ਹੈ ਜੀ। ਔਰ ਅਗਰ ਮੈਂ 4 ਸਾਲ ਬੈਠਾ ਅਸੈਂਬਲੀ ਵਿੱਚ, ਠੀਕ ਹੈ, ਤੇ ਮੇਰਾ ਇਤਸਾਬ ਵੋਟ ਨੇ ਕਰਨਾ ਵੇ, ਤੁਸੀਂ ਕਰਨਾ ਵੇ ਕਿ ਭਾਈ ਜੀ ਨਹੀਂ, ਤੁਸੀਂ ਸਾਡੀ ਨੁਮਾਇੰਦਗੀ ਨਹੀਂ ਕੀਤੀ, ਤੁਹਾਨੂੰ ਵੋਟ ਮੈਂ ਨਹੀਂ ਦੇਣਾ। ਤੇ ਅਸੀਂ ਇਹ ਵੇਖਣਾ ਵੇ ਕਿ ਅਗਰ ਸਿਸਟਮ ਤਬਦੀਲ ਵੀ ਹੁੰਦਾ ਹੈ ਤੇ ਸਾਡੀ ਜਿਹੜੀ ਨੁਮਾਇੰਦਗੀ ਹੈ ਉਹ ਮੁਅੱਸਰ ਔਰ ਮੁਤਹਰਕ ਹੋਣੀ ਚਾਹੀਦੀ ਹੈ। ਔਰ ਇਹ ਫੈਸਲਾ ਤੁਹਾਡੇ ਇੱਕ ਆਮ ਆਦਮੀ ਨੇ ਕਰਨਾ ਹੈ, ਔਰ ਉਸ ਆਮ ਆਦਮੀ ਤੱਕ ਇਸ ਗੱਲ ਨੂੰ ਪਹੁੰਚਾਉਣਾ ਵੇ ਕਿ ਹੁਣ ਸਾਨੂੰ ਫੈਸਲੇ ਜਿਹੜੇ ਨੇ ਨਾ ਉਹ ਸੋਚ ਕੇ। ਬੜਾ ਅੱਛਾ ਔਰ ਜਵਾਬ ਦਿੱਤਾ, ਲੇਕਿਨ ਮੈਨੂੰ ਖੁਸ਼ੀ ਹੋਈ ਕਿ ਜਿਹੜਾ ਅਸੀਂ ਇਸ ਸਵਾਲ ਦਾ ਐਂਡ ਅਪ ਹੈ ਉਹ ਇੱਕ ਪੋਜ਼ਿਟਿਵ ਨੋਟ ਤੇ ਕੀਤਾ ਕਿ ਸਾਨੂੰ ਇਲੈਕਸ਼ਨ ਹੀ ਚਾਹੀਦਾ ਹੈ ਤਾਂ ਜੋ ਜਿਹੜਾ ਸਾਡਾ ਨੁਮਾਇੰਦਾ ਉਹ ਸਾਡਾ ਵੱਲੋਂ ਹੋ ਕੇ ਜਾਏ। ਔਰ ਦੂਸਰੀ ਜਿਹੜੀ ਗੱਲ ਮੈਂ ਸਮਝਣਾ ਕਿ ਤੁਸੀਂ ਇਹਦੇ 'ਚ ਅੱਛੀ ਕੀਤੀ ਹੈ ਉਹ ਇਹ ਹੈ ਕਿ ਸਾਨੂੰ ਸਿਆਸੀ ਤਰਬੀਅਤ ਦੀ ਜ਼ਰੂਰਤ ਹੈ ਗ੍ਰਾਸ ਰੂਟ ਲੈਵਲ ਤੋਂ। ਮੇਰੇ ਖਿਆਲ ਦੇ ਮੁਤਾਬਕ ਜਿਹੜਾ ਤੁਹਾਡਾ ਮੌਜੂਦਾ ਜਿਹੜਾ ਸਿਸਟਮ ਹੈ, ਕੋਈ ਵੀ ਸਿਸਟਮ ਹੋਵੇ, ਉਹ ਸਿਸਟਮ ਦਾ ਕੰਮ ਲੈਣ ਵਾਲੇ ਹੋਣੇ ਚਾਹੀਦੇ ਨੇ। ਕੰਮ ਕਿਸ ਤਰ੍ਹਾਂ ਲੈਣਾ ਇਹ ਵੱਲ ਹੋਣਾ ਚਾਹੀਦਾ, ਇਹ ਨਹੀਂ ਵੀ ਸਿਸਟਮ ਕਿਹੜਾ ਹੈ। ਸੋ ਅਗਰ ਅੱਜ ਅਸੀਂ ਮਾਈਨੋਰਿਟੀਜ਼ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀ ਜਾਇਦਾਦਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਮਾਮਲਾਤ ਦੀ ਗੱਲ ਕਰ ਰਹੇ ਹਾਂ, ਐਜੂਕੇਸ਼ਨ 'ਤੇ ਕੀ ਕਹੋਗੇ ਕਿ ਤੁਸੀਂ ਖੁਦ ਵੀ ਇੱਕ ਐਜੂਕੇਸ਼ਨਿਸਟ ਵੀ ਹੋ। ਅਤੇ ਦੇਖੋ, ਜਦੋਂ ਬੁਨਿਆਦ ਅਸੀਂ ਰੱਖਦੇ ਹਾਂ ਕਿਸੇ ਬਾਲ ਦੀ ਤਾਂ ਉਹਦੀ ਤਾਲੀਮ 'ਤੇ ਰੱਖਦੇ ਹਾਂ। ਹੁਣ ਸਾਡਾ ਜਿਹੜਾ ਨੈਸ਼ਨਲ ਸਿੰਗਲ ਕਰਿਕੂਲਮ ਜਿਹੜਾ ਆਇਆ ਹੈ ਉਹਦੇ 'ਚ ਕਾਫੀ ਸਾਰੇ ਫਲॉज ਨੇ, ਔਰ ਸਾਡੀ ਮਾਈਨੋਰਿਟੀਜ਼ ਦਾ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿਲੇਬਸ ਹੈ ਉਹ ਫਾਈਨਲ ਨਹੀਂ ਹੋ ਸਕਿਆ। ਉਹਦੀਆਂ ਬੁਨਿਆਦੀ ਵਜੂਹਾਤ ਕੀ ਨੇ, ਔਰ ਜਿਹੜਾ ਮੌਜੂਦਾ ਐਜੂਕੇਸ਼ਨ ਸਿਸਟਮ ਫਾਰ ਮਾਈਨੋਰਿਟੀਜ਼ ਸਪੈਸ਼ਲੀ ਹੈ ਉਹਦੇ ਵਾਸਤੇ ਤੁਸੀਂ ਕਿਸ ਤਰ੍ਹਾਂ ਦੀਆਂ ਰਿਫਾਰਮਸ ਚਾਹੁੰਦੇ ਹੋ ਬੀਇੰਗ ਐਨ ਐਜੂਕੇਸ਼ਨਿਸਟ? ਅੱਛਾ, ਬਹੁਤ ਅੱਛਾ ਸਵਾਲ ਨਾਸਿਰ ਸਾਹਿਬ, ਔਰ ਕਿਉਂਕਿ ਮੈਂ ਇਹਦੇ 'ਤੇ ਪਿਛਲੇ ਕੁਝ ਅਰਸੇ ਵਿੱਚ ਬਹੁਤ ਸਾਰਾ ਕੰਮ ਵੀ ਕੀਤਾ ਔਰ ਡਾਇਰੈਕਟਲੀ ਮੈਂ ਇਨਵੋਲਵ ਵੀ ਹੋਇਆ ਜਿਹੜੀ ਤੁਹਾਡੀ ਕਰਿਕੂਲਮ ਕਮੇਟੀ ਸੀ ਜਿਹੜੀ ਫੈਡਰਲ ਲੈਵਲ 'ਤੇ ਸੀ ਉਹਨਾਂ ਨਾਲ। ਔਰ ਮਜ਼ੇ ਦੀ ਗੱਲ ਹੈ, ਲੋਕੀ ਕਹਿੰਦੇ ਨੇ ਕਿ ਜੀ ਕਮਿਸ਼ਨ ਕੀ ਕਰ ਰਿਹਾ, ਅਸੀਂ ਕਮਿਸ਼ਨ ਦੀ ਇੱਕ ਮੀਟਿੰਗ ਵਿੱਚ ਉਹਨਾਂ ਦੀ ਜਿਹੜੀ ਟੈਕਨੀਕਲ ਕਮੇਟੀ ਸੀ ਉਹਨੂੰ ਧੋ ਕੇ ਰੱਖ ਛੜਿਆ ਸੀ ਕਿ ਤੁਸੀਂ ਇਹ ਕਰ ਕੀ ਰਹੇ ਹੋ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ, ਜਿਹੜਾ ਸਾਡੇ ਵਾਸਤੇ ਜਿਹੜਾ ਕਰਿਕੂਲਮ ਬਣਿਆ ਨਾ ਕ੍ਰਿਸਚੀਅਨਸ ਵਾਸਤੇ, ਉਹਦੇ ਵਿੱਚ ਪਰਸਨੈਲਿਟੀਜ਼ ਦਾ ਕੁਝ ਜ਼ਿਕਰ ਆਇਆ, ਔਰ ਉਹ ਜਦੋਂ ਮੈਂ ਪੜ੍ਹਿਆ ਤੇ ਅਲੈਗਜ਼ੈਂਡਰ ਗ੍ਰਾਹਮ ਬੈਲ ਦਾ ਨਾਮ ਲਿਖਿਆ ਹੋਇਆ ਐਜ਼ ਕ੍ਰਿਸਚੀਅਨ ਹੀਰੋ। 2-3 ਨਾਂ ਹੋਰ ਸਨ, ਉਹ ਜਿਹੜੇ ਰਾਈਟ ਬ੍ਰਦਰ ਸਨ ਜਿਹਨਾਂ ਜਹਾਜ਼ ਬਣਾਏ ਸਨ ਉਹਨਾਂ ਦੇ ਨਾਂ ਲਿਖੇ ਹੋਏ, ਨਿਊਟਨ ਦਾ ਸ਼ਾਇਦ ਨਾਂ ਸੀ, ਜਾਂ ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਦੇ ਨਾਂ ਲਿਖੇ ਹੋਏ। ਤੇ ਮੈਂ ਕਮੇਟੀ ਨੂੰ ਕਿਹਾ, ਮੈਂ ਕਿਹਾ ਪਹਿਲੀ ਗੱਲ ਤੇ ਮੈਨੂੰ ਇਹ ਦੱਸੋ ਤੁਹਾਨੂੰ ਕਿਹਨੇ ਕਿਹਾ ਕਿ ਇਹ ਸਾਡੇ ਪਾਕਿਸਤਾਨੀ ਹੀਰੋ ਨੇ? ਪਹਿਲੀ ਗੱਲ, ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਾਕਿਸਤਾਨੀ ਹੀਰੋਜ਼ ਦੇ ਮੁਤਲਕ ਪੜ੍ਹਾਉਣਾ ਹੈ। ਦੂਜੀ ਗੱਲ, ਇਹ ਕ੍ਰਿਸਚਨ ਕਿੱਥੋਂ ਨੇ? ਮੈਂ ਕਿਹਾ ਮੈਨੂੰ ਦੱਸੋ। ਮੈਂ ਕਿਹਾ ਸਾਇੰਸਦਾਨ ਤੇ ਏਥੀਇਸਟ ਹੁੰਦਾ ਹੈ, ਉਹ ਖੁਦਾ ਨੂੰ ਨਹੀਂ ਮੰਨਦਾ, ਉਹ ਸਾਇੰਸ ਨੂੰ ਮੰਨਦਾ ਹੈ, ਤੇ ਫਿਰ ਇਹ ਕ੍ਰਿਸਚਨ ਕਿੱਥੋਂ ਹੋ ਗਏ? ਠੀਕ ਹੈ ਜੀ, ਤੁਸੀਂ ਕਿਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਲੋਕਾਂ ਨੂੰ, ਸਾਡੇ ਬੱਚਿਆਂ ਨੂੰ ਐਜ਼ ਕ੍ਰਿਸਚਨ ਹੀਰੋਜ਼ ਪੜ੍ਹਾਓਗੇ? ਪੜ੍ਹਾਉਣਾ ਅਲੈਗਜ਼ੈਂਡਰ ਗ੍ਰਾਹਮ ਬੈਲ ਨੂੰ ਸਾਇੰਸ ਦੀਆਂ ਕਿਤਾਬਾਂ 'ਚ ਪੜ੍ਹਾਓ, ਤੁਹਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਨਾਟ ਐਜ਼ ਕ੍ਰਿਸਚਨ ਹੀਰੋਜ਼।
ਔਰ ਇਹਨਾਂ ਲੋਕਾਂ ਨੂੰ ਇਹਦੇ ਚੋਂ ਕੱਢੋ। ਇਹਦੀ ਜਗ੍ਹਾ ਦੀਵਾਨ ਬਹਾਦਰ ਐਸਪੀ ਸਿੰਘਾਂ ਨੂੰ ਲੈ ਕੇ ਆਓ। ਇਹਦੀ ਜਗ੍ਹਾ ਮੈਂ ਖਾਸ ਤੌਰ ਤੇ ਕਿਹਾ ਪਾਦਰੀ ਆਈਡੀ ਸ਼ਹਿਬਾਜ਼ ਨੂੰ ਪਾਓ ਵਿੱਚ, ਉਹਨੂੰ ਪਾਓ ਵਿੱਚ। ਇਹੋ ਜਿਹੇ ਲੋਕਾਂ ਨੂੰ ਪਾਓ ਤੁਸੀਂ। ਇਹ ਸਾਡੇ ਹੀਰੋਜ਼ ਨਹੀਂ ਨੇ, ਠੀਕ ਹੈ, ਨੈਲਸਨ ਮੰਡੇਲਾ ਸਾਹਿਬ ਦੀ ਬੜੀ ਕੁਰਬਾਨੀ ਹੈ ਜੋ, ਲੇਕਿਨ ਰੈਲੇਵੈਂਸੀ ਸਾਡੇ ਨਾਲ ਨਹੀਂ ਉਹਨਾਂ ਦੀ, ਪਾਕਿਸਤਾਨੀ ਕ੍ਰਿਸਚੀਅਨਸ ਦਾ ਹੀਰੋ ਨਹੀਂ ਹੈ, ਠੀਕ ਹੈ ਜੀ। ਤੇ ਉਹ ਮਤਲਬ ਇਹ ਖੁਦ ਦੀਆਂ ਜਿਹੜੀਆਂ ਚੀਜ਼ਾਂ ਨੇ ਲੋਕਾਂ ਨੂੰ ਨਜ਼ਰ ਨਹੀਂ ਸ਼ਾਇਦ ਆਉਂਦੀਆਂ, ਲੇਕਿਨ ਵੀ ਮੇਡ them ਟੂ ਰਿਮੂਵ these people ਐਂਡ ਐਡ ਪਾਕਿਸਤਾਨ। ਮੈਂ ਕਿਹਾ ਸਿਸਲ ਚੌਧਰੀ ਨੂੰ ਪਾਓ, ਬਿਲਕੁਲ ਸਹੀ, ਠੀਕ ਹੈ। ਔਰ ਮੈਂ ਕਿਹਾ ਸਿਸਲ ਚੌਧਰੀ ਨੂੰ ਸਿਰਫ ਇੱਥੇ ਨਾ ਪਾਓ, ਸਿਸਲ ਚੌਧਰੀ ਨੂੰ ਸੋਸ਼ਲ ਸਟੱਡੀਜ਼ ਵਿੱਚ ਪਾਓ, ਉੱਥੇ ਵੀ ਪਾਓ, ਤਾਂ ਕਿ ਉਰਦੂ 'ਚ ਵੀ ਪਾਓ, ਤਾਂ ਕਿ ਉੱਥੇ ਵੀ ਲੋਕਾਂ ਨੂੰ ਪਤਾ ਲੱਗੇ, ਸਾਡੇ ਮੇਨ ਸਟ੍ਰੀਮ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਕੀ ਹੈ। ਤੇ ਮੈਂ ਇਹ ਸਮਝਣਾ ਵਾਂ ਸਿੰਗਲ ਨੈਸ਼ਨਲ ਕਿਊਰਿਕਲਮ ਬੇਸ਼ੱਕ ਕੋਈ ਅਲਟੀਮੇਟ ਹੱਲ ਨਹੀਂ ਹੈ, ਜਾਂ ਕਿ ਉਹ ਬਿਲਕੁਲ ਲੋਕੀ ਜਿਹਨੂੰ ਕੁਝ ਲੋਕੀ ਪੇਸ਼ ਕਰ ਰਹੇ ਨੇ ਕਿ ਜੀ ਉਹੀ ਸਾਡੀ ਬਿਹਤਰੀ ਦਾ ਇੱਕ ਰਸਤਾ ਹੈ, ਲੇਕਿਨ ਮੈਂ ਸਮਝਣਾ ਕਿ ਉਹ ਇੱਕ ਮੁਸਬਤ ਕਦਮ ਜ਼ਰੂਰ ਹੈ। ਫਲॉज ਹਾਲੇ ਵੀ ਹੈ ਨੇ, ਔਰ ਮੈਂ ਇੱਕ ਮੀਟਿੰਗ ਵਿੱਚ ਕਿਹਾ ਇਸ ਗੱਲ ਨੂੰ ਕਿ ਤੁਸੀਂ ਸ਼ਾਇਦ ਸਾਡੇ ਬੱਚਿਆਂ ਨੂੰ ਇਹ ਤੇ ਕਿਹਾ ਕਿ ਤੁਸੀਂ ਇਸਲਾਮੀਆਤ ਨਾ ਪੜ੍ਹੋ, ਲੇਕਿਨ ਤੁਸੀਂ ਹੋਰ ਸਬਜੈਕਟਸ ਵਿੱਚ ਇੰਨਾ ਪਾ ਦਿੱਤਾ ਕਿ ਉਹ ਅਲਟੀਮੇਟਲੀ ਸਾਨੂੰ ਪੜ੍ਹਨਾ ਪੈ ਰਿਹਾ ਵੇ, ਠੀਕ ਹੈ। ਤੇ ਉਹਦੇ ਤੇ ਕੰਮ ਹੋ ਸਕਦਾ। ਹੁਣ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚ ਵੀ ਸੀਰਤ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪੜ੍ਹਾਈ ਜਾ ਰਹੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਉਹਦੇ ਵਿੱਚ ਇਸ ਗੱਲ ਨੂੰ ਰੱਖਿਆ ਹੋਇਆ ਸੀ ਕਿ ਇੱਕ ਅੱਛਾ ਕਦਮ ਹੈ, ਕਿਉਂਕਿ ਉਹਦੇ ਜਿਹੜੀ ਖਾਸ ਚੀਜ਼ ਹੋਈ ਹੈ ਨਾ, ਉਹਦੇ ਵਿੱਚ ਜਿਹੜੀ ਜਿਹਨੂੰ ਕਹਿੰਦੇ ਨੇ ਨਾ ਕਿ ਹੇਟ ਮਟੀਰੀਅਲ, ਉਹ ਬਹੁਤ ਹੱਦ ਤੱਕ ਘੱਟ ਹੋਇਆ ਵੇ। ਉਹਨੂੰ ਮਜ਼ੀਦ ਬਿਹਤਰ ਕਰਨ ਦੀ ਜ਼ਰੂਰਤ ਹੈ, ਲੇਕਿਨ ਮੈਂ ਸਮਝਣਾ ਵਾ ਕਿ ਇਹਨੂੰ ਇੱਕ ਪੋਜ਼ੀਟਿਵ ਚੀਜ਼ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਕੋਈ ਬੇਸਿਸ ਹੋਏਗੀ ਤਾਂ ਤੁਸੀਂ ਉਹਦੇ 'ਤੇ ਕੰਮ ਕਰੋਗੇ। ਉਹ ਬੇਸਿਸ ਸਟਾਰਟ ਹੋ ਗਈ ਹੈ, ਔਰ ਸਿੰਗਲ ਨੈਸ਼ਨਲ ਕਰਿਕੂਲਮ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਉਹ ਹੈ ਵੇ ਕਿ ਇਹ ਕੋਈ ਉਹ ਨਹੀਂ ਹੋ ਗਿਆ, ਹਰਫੇ ਆਖਰ ਨਹੀਂ ਹੈ, ਉਹ ਰਿਵਿਊ ਹੋ ਸਕਦਾ ਵੇ, ਔਰ ਉਹ ਹਰ ਸਾਲ ਰਿਵਿਊ ਹੋ ਸਕਦਾ ਵੇ, ਔਰ ਅਸੀਂ ਰਿਵਿਊ ਵਿੱਚ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਿਹਤਰ ਕਰ ਸਕਦੇ ਹਾਂ। ਇੱਕ ਪ੍ਰੋਸੈਸ ਸਟਾਰਟ ਹੋਣਾ ਚਾਹੀਦਾ ਵੇ, ਉਹਦੇ ਵਿੱਚ ਤਬਦੀਲੀਆਂ ਲਿਆ ਕੇ ਅਸੀਂ ਉਹਨੂੰ ਬਿਹਤਰ ਜ਼ਰੂਰ ਕਰ ਸਕਦੇ ਹਾਂ। ਅੱਛਾ, ਇਹਦੇ 'ਚ ਮੈਂ ਨਾਸਿਰ ਸਾਹਿਬ ਇਹਦੇ 'ਚ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ, ਐਂਡ ਇਹ ਬਿਲਕੁਲ ਨਾ ਸੋਚਿਆ ਜਾਏ ਕਿ ਸ਼ਾਇਦ ਮੈਂ ਗਵਰਨਮੈਂਟ ਦੀ ਹਮਾਇਤ ਕਰ ਰਿਹਾ ਵਾਂ, ਲੇਕਿਨ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਦੇਖੋ ਇਹ ਇਸ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ, ਜਿਹੜੀ ਮੌਜੂਦਾ ਤੁਹਾਡੀ ਹੁਕੂਮਤ ਹੈ ਉਹਦਾ ਇਨੀਸ਼ੀਏਟਿਵ ਹੈ। ਤੇ ਇਹਦੇ 'ਚ ਕਿਉਂਕਿ ਮੈਂ ਮੈਂਸ਼ਨ ਕੀਤਾ ਕਿ ਕੁਝ ਮੁਸਬਤ ਚੀਜ਼ਾਂ ਵੀ ਹੈ ਨੇ, ਔਰ ਸਾਡੇ ਵਾਸਤੇ ਸ਼ਾਇਦ ਇੱਕ ਓਪਰਚੁਨਿਟੀ ਹੈ ਕਿ ਅਸੀਂ ਇਹਦੇ 'ਤੇ ਕੰਮ ਕਰੀਏ ਔਰ ਇਹਨੂੰ ਲਈਏ ਔਰ ਇਹਦੇ 'ਤੇ ਮਜ਼ੀਦ ਕੰਮ ਕਰੀਏ। ਸਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਏਗਾ, ਕੀ ਪਾਲਿਸੀ ਦੁਬਾਰਾ ਤਬਦੀਲ ਹੋ ਜਾਂਦੀ ਹੈ, ਔਰ ਅਗਰ ਪਾਲਿਸੀ ਦੁਬਾਰਾ ਤਬਦੀਲ ਹੋਣੀ ਤਾਂ ਹੋ ਸਕਦਾ ਹੈ ਉਹ ਕਹਿੰਦੇ ਨੇ ਨਾ ਕਿ ਵੀ ਮਾਈਟ ਮਿਸ ਦ ਟ੍ਰੇਨ, ਠੀਕ ਹੈ ਜੀ, ਔਰ ਫਿਰ ਗੱਡੀ ਨਿਕਲ ਜਾਵੇ। ਤੇ ਮੈਂ ਚਾਹਾਂਗਾ ਕਿ ਇਹਦੇ 'ਤੇ ਬਿਲਕੁਲ ਤਨਕੀਦ ਕਰੋ, ਤਨਕੀਦ ਕਰਨਾ ਸਾਡਾ ਹੱਕ ਹੈ। ਜਿਹੜੀ ਚੀਜ਼ ਠੀਕ ਨਹੀਂ ਹੈ ਉਹਨੂੰ ਹਾਈਲਾਈਟ ਕੀਤਾ ਜਾਏ ਔਰ ਉਹਦਾ ਹੱਲ ਔਰ ਉਹਦਾ ਤਦਾਰਕ ਕੀਤਾ ਜਾਏ, ਇਹਨੂੰ ਕੰਪਲੀਟਲੀ ਇਗਨੋਰ ਨਾ ਕੀਤਾ ਜਾਵੇ। ਮੈਂ ਸਮਝਦਾ ਸ਼ਾਇਦ ਸਾਡੇ ਫਾਇਦੇ ਵਾਸਤੇ, ਸਾਡੀ ਕੌਮ ਦੇ ਫਾਇਦੇ ਵਾਸਤੇ ਹੋਏਗਾ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਕਿ ਸਾਡੇ ਬੱਚਿਆਂ, ਆਪਣੇ ਬੱਚਿਆਂ ਵਾਸਤੇ, ਤੇ ਮੈਂ ਸਮਝਦਾ ਵਾਂ ਕਿ ਇੱਕ ਤਬਦੀਲੀ ਆ ਰਹੀ ਹੈ, ਔਰ ਜਿੱਥੇ ਵੀ ਸਾਡੇ ਪੇਰੈਂਟਸ ਅਫੋਰਡ ਕਰ ਸਕਦੇ ਨੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਲੇਕਿਨ ਸਾਨੂੰ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਸਾਡੀ ਇੱਕ ਬਹੁਤ ਵੱਡੀ ਜਿਹੜੀ ਆਬਾਦੀ ਹੈ ਉਹ ਸ਼ਾਇਦ ਅਫੋਰਡ ਹੀ ਨਹੀਂ ਕਰ ਸਕਦੀ ਐਜੂਕੇਸ਼ਨ, ਅਤੇ ਲਿਹਾਜ਼ਾ ਇਲਿਟਰੇਸੀ ਦਾ ਬਹੁਤ ਵੱਡਾ ਇੱਕ ਇਸ਼ੂ ਹੈ। ਹੁਣ ਤਾਂ ਮੈਂ ਮੁਸਲਸਲ ਇਸ ਗੱਲ ਨੂੰ ਹਰ ਪਲੇਟਫਾਰਮ ਤੋਂ ਕਰ ਰਿਹਾ ਵਾਂ ਕਿ ਸਾਡੇ ਤਕਰੀਬਨ 50% ਬੱਚੇ ਜਿਹੜੇ ਨੇ ਉਹ ਮੈਟ੍ਰਿਕ ਤੱਕ ਡਰੋਪ ਆਊਟ ਹੋ ਜਾਂਦੇ ਨੇ, ਜਿਹੜੇ ਸਕੂਲ ਦਾਖਲ ਹੁੰਦੇ ਨੇ 50% ਉਦੋਂ ਡਰੋਪ ਹੋ ਜਾਂਦੇ ਨੇ। ਇਹ 2-3 ਸਟੱਡੀਜ਼ ਹੋਈਆਂ ਨੇ, ਮੈਂ ਉਹਦੀ ਬੇਸਿਸ 'ਤੇ ਕਹਿ ਰਿਹਾ, ਹਵਾ 'ਚ ਨਹੀਂ ਕਹਿ ਰਿਹਾ। ਉਹਦੇ ਬਾਅਦ ਮੈਟ੍ਰਿਕ ਦੇ ਬਾਅਦ ਕਿਉਂਕਿ ਸ਼ਾਇਦ ਸਾਡੇ ਬੱਚਿਆਂ ਦੇ ਇੰਨੇ ਅੱਛੇ ਨੰਬਰ ਨਹੀਂ ਆਉਂਦੇ ਕਿ ਉਹ ਅੱਗੇ, ਹੁਣ ਕੰਪੀਟੀਸ਼ਨ ਕਿੰਨਾ ਵੱਧ ਗਿਆ ਵਾ, ਠੀਕ ਹੈ, ਹਰ ਜਗ੍ਹਾ ਤੇ ਕੰਪੀਟੀਸ਼ਨ ਹੋ ਗਿਆ, ਲਿਹਾਜ਼ਾ ਉਹ ਮੈਟ੍ਰਿਕ ਦੇ ਨੰਬਰ ਇੰਨੇ ਅੱਛੇ ਨਹੀਂ ਆਉਂਦੇ, ਉਹ ਫਿਰ ਆਪਣੀ ਐਜੂਕੇਸ਼ਨ ਅੱਗੇ ਕੰਟੀਨਿਊ ਨਹੀਂ ਕਰ ਸਕਦੇ। ਔਰ ਇਹ ਚੀਜ਼ ਮੈਂ ਪਿਛਲੇ ਦਿਨਾਂ 'ਚ ਇੱਕ ਓਪਨ ਫੋਰਮ 'ਤੇ ਵੀ ਕਹੀ, ਔਰ ਮੈਂ ਹੁਣ ਵੀ ਕਹਾਂਗਾ ਕਿ ਸਾਡੇ ਵਾਸਤੇ ਲਮਾ ਫਿਕਰੀ ਆਵੇ ਕਿ ਸਾਡੇ ਸਿਰਫ 2.3% ਬੱਚੇ ਹਾਇਰ ਐਜੂਕੇਸ਼ਨ ਵਿੱਚ ਜਾ ਰਹੇ ਨੇ। ਔਰ ਇਹ ਇੱਕ ਸਟੱਡੀ ਹੈ, ਔਰ ਇਹ ਕੁਝ ਡਿਸਟ੍ਰਿਕਟਸ ਵਿੱਚ ਇਹ ਸਟੱਡੀ ਹੋਈ ਹੈ, ਔਰ ਉਸ ਸਟੱਡੀ ਦੇ ਬਾਅਦ ਇਹ ਚੀਜ਼ ਆਈ ਹੈ ਕਿ ਸਿਰਫ 2.3% ਬੱਚੇ ਸਾਡੇ ਹਾਇਰ ਐਜੂਕੇਸ਼ਨ ਵਿੱਚ ਜਾ ਰਹੇ ਨੇ। ਗਵਰਨਮੈਂਟ ਪੰਜਾਬ ਨੇ ਹੁਣ 2% ਕੋਟਾ ਅਲਾਉ, ਅਸੀਂ ਉੱਥੇ ਬੱਚੇ ਪੂਰੇ ਨਹੀਂ ਕਰ ਸਕ ਰਹੇ। ਸਾਡਾ ਜਿਹੜਾ 5% ਕੋਟਾ ਵੇ ਉਹ ਜੌਬਸ, ਉਹ ਕਿਉਂ ਪੂਰਾ ਨਹੀਂ ਹੋ ਰਿਹਾ? ਕਿਉਂਕਿ ਅਸੀਂ ਬੱਚੇ ਨਹੀਂ ਦੇ ਪਾ ਰਹੇ ਪਿੱਛੋਂ, ਠੀਕ ਹੈ ਨਾ ਜੀ। ਤੇ ਇਸ ਵਾਸਤੇ ਮੈਂ ਚਾਹਾਂਗਾ 2 ਚੀਜ਼ਾਂ ਵਾਸਤੇ ਅਸੀਂ ਜ਼ਰਾ ਕੰਮ ਅਗਰ ਐਜ਼ ਅ ਕਮਿਊਨਿਟੀ ਕਰ ਸਕੀਏ। ਨੰਬਰ 1 ਤਾਂ ਆਪਣੀ ਪ੍ਰਾਇਮਰੀ ਐਜੂਕੇਸ਼ਨ ਦਾ ਜਿਹੜਾ ਲੈਵਲ ਹੈ ਨਾ ਉਹਨੂੰ ਵਧਾਈਏ, ਠੀਕ ਹੈ ਜੀ, ਬਹੁਤ ਜ਼ਰੂਰੀ ਹੈ। ਉਹਦੇ ਬਾਅਦ ਜਿਹੜੇ ਸਾਡੇ ਬੱਚੇ ਜਿਹੜੇ ਨੇ ਉਹ ਮੈਟ੍ਰਿਕ ਕਰ ਲੈਂਦੇ ਨੇ, ਉਹਨਾਂ ਦੀ ਕਰੀਅਰ ਕਾਉਂਸਲਿੰਗ,
ਯੂ نو ਉਹਨਾਂ ਦੀ ਹੈਲਪ ਕਰਨਾ, ਉਹਨਾਂ ਨੂੰ ਆਪਣੇ ਕੈਰੀਅਰਸ ਦੇ ਬਾਰੇ 'ਚ ਇੱਕ ਡਾਇਰੈਕਸ਼ਨ ਦੇਣਾ, ਉਹਦੇ 'ਤੇ ਕੰਮ ਕਰੀਏ। ਜ਼ਰੂਰੀ ਨਹੀਂ ਕਿ ਸਾਡਾ ਹਰ ਬੱਚਾ ਜਿਹੜਾ ਉਹ ਮਾਸਟਰਸ ਡਿਗਰੀ ਹਾਸਲ ਕਰੇ, ਸਾਨੂੰ ਇਨਫੋਰਮਲ ਐਜੂਕੇਸ਼ਨ 'ਤੇ ਆਉਣਾ ਹੋਵੇ। ਮੈਂ ਅਕਸਰ ਇਹ ਗੱਲ ਕਹਿੰਦਾ ਵਾਂ, ਇੱਕ ਬੱਚੇ ਨੂੰ ਤੁਸੀਂ ਇੱਕ ਟ੍ਰੇਨਡ ਇਲੈਕਟ੍ਰੀਸ਼ੀਅਨ ਵੀ ਬੇਸ਼ੱਕ ਬਣਾ ਦਿਓ, ਟ੍ਰੇਨਡ, ਜੀ ਜੀ, ਉਹ ਇੱਕ ਪਲਾਸ ਤੇ ਇੱਕ ਪੇਚਕਸ ਨਾਲ ਆਪਣਾ ਘਰ ਚਲਾ ਲੇਗਾ। ਠੀਕ ਹੈ ਜੀ, ਇਨਫਾਰਮਲ ਐਜੂਕੇਸ਼ਨ ਸਕਿੱਲਸ ਦਿਓ ਆਪਣੇ ਬੱਚਿਆਂ ਨੂੰ। ਠੀਕ ਹੈ, ਸੋ ਇਨਫਾਰਮਲ ਐਜੂਕੇਸ਼ਨ, ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਉਹਦੇ ਨਾਲ ਨਾਲ ਫਾਰਮਲ ਐਜੂਕੇਸ਼ਨ ਹੋਣੀ ਚਾਹੀਦੀ ਹੈ। ਫਾਰਮਲ ਐਜੂਕੇਸ਼ਨ ਇਸ ਵਾਸਤੇ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਸਿਰਫ ਮਿਨੀਅਲ ਜੌਬਸ ਹੀ ਨਹੀਂ ਕਰਨੀਆਂ, ਉਹਨਾਂ ਨੂੰ ਇਸ ਮੁਲਕ ਦੇ ਪਾਲਿਸੀ ਮੇਕਰਸ ਵੀ ਬਣਨਾ ਵੇ। ਲਿਹਾਜ਼ਾ ਸਾਡੇ ਬੱਚਿਆਂ ਦਾ ਸਿਵਲ ਸਰਵਿਸ ਵਿੱਚ ਆਉਣਾ, ਪਾਲਿਸੀ ਮੇਕਿੰਗ ਬਾਡੀਜ਼ ਵਿੱਚ ਆਉਣਾ, ਸਾਡੇ ਪੜ੍ਹੇ ਲਿਖੇ ਨੌਜਵਾਨ ਨੂੰ ਪਾਰਲੀਮੈਂਟ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਸਾਨੂੰ ਪੜ੍ਹੇ ਲਿਖੇ ਸਿਆਸੀ ਲੀਡਰ ਚਾਹੀਦੇ ਨੇ, ਪੜ੍ਹੇ ਲਿਖੇ, ਔਰ ਇਸ ਗੱਲ ਨੂੰ ਮੈਂ ਦੁਬਾਰਾ ਕਹਿੰਦੇ ਨਾ ਖਰੀਦ ਕੇ ਕਹਿ ਰਿਹਾ, ਪੜ੍ਹੇ ਲਿਖੇ ਕ੍ਰਿਸਚਨ ਪੋਲੀਟੀਕਲ ਲੀਡਰਸ ਦਾ ਸਿਆਸਤ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਉਸ ਵਾਸਤੇ ਤਿਆਰ ਕਰਨਾ ਵੇ, ਅਤੇ ਲਿਹਾਜ਼ਾ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਐਂਡ ਅਗਰ ਮੈਨੂੰ ਤੁਸੀਂ ਪੁੱਛੋ ਕਿ ਇੱਕ ਸਿਆਸੀ ਜਾਂ ਸਮਾਜੀ ਵਰਕਰ ਜਾਂ ਐਕਟਿਵਿਸਟ ਹੁੰਦਿਆਂ ਹੋਇਆਂ ਮੇਰਾ ਏਜੰਡਾ, ਅਗਰ ਮੇਰੀ 3 ਟੌਪ ਦੇ ਏਜੰਡੇ ਕੀ ਨੇ, ਤਾਲੀਮ, ਤਾਲੀਮ ਔਰ ਤਾਲੀਮ। ਠੀਕ ਹੈ, ਔਰ ਉਹ ਤਾਲੀਮ ਜ਼ਰੂਰੀ ਨਹੀਂ ਸਕੂਲ ਦੀ ਤਾਲੀਮ ਹੋਏ, ਮੈਂ ਕਿਹਾ ਇਨਫਾਰਮਲ, ਸਕਿੱਲ ਡਿਵੈਲਪਮੈਂਟ, ਇੰਟਰਪ੍ਰੈਨਿਓਰਸ਼ਿਪ। ਜੀ, ਠੀਕ ਹੈ ਨਾ ਜੀ, ਛੋਟੇ ਕਾਰੋਬਾਰ ਤੋਂ ਸ਼ੁਰੂ ਕੀਤਾ ਰਿਹਾ, ਕਿਉਂਕਿ ਇਹ ਸਾਰਾ ਕੁਝ ਤੁਹਾਡੀ ਤਾਲੀਮ ਵਿੱਚ ਆਉਂਦਾ ਹੋਵੇ। ਠੀਕ ਹੈ, ਅਤੇ ਆਈ ਥਿੰਕ ਐਜੂਕੇਸ਼ਨ ਜਿਹੜੀ ਹੈ ਉਹ ਸਾਡੀ ਕੀ ਹੈ, ਲੇਕਿਨ ਉਹਦੇ ਨਾਲ ਨਾਲ ਅਸੀਂ ਆਪਣੀ ਕਮਿਊਨਿਟੀ ਦੀ ਜਿਹੜੀ ਇਕਨੋਮਿਕ ਅਪਲਿਫਟ ਹੈ ਉਹ ਵੀ ਬਹੁਤ ਜ਼ਰੂਰੀ ਹੈ। ਮਾਈਟ ਬੀ ਪੋਸੀਬਲ, ਇਹ ਸਾਡਾ ਆਖਰੀ ਸਵਾਲ ਹੋਏਗਾ ਔਰ ਇਹ ਥੋੜ੍ਹਾ ਜਿਹਾ ਤਕਲੀਫਦੇਹ ਹੈ, ਔਰ ਇਹਦੇ 'ਤੇ ਮੈਂ ਚਾਹਾਂਗਾ ਕਿ ਐਲਬਰਟ ਡੇਵਿਡ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਈ ਪਾਲਿਸੀ ਸਟੇਟਮੈਂਟ ਸਾਡੇ ਵਾਸਤੇ ਆਵੇ ਔਰ ਇੱਕ ਸੋਲਿਡ ਗੱਲਬਾਤ ਆਵੇ। ਜਬਰੀ ਮਜ਼ਹਬ ਤਬਦੀਲੀ ਔਰ ਜਬਰੀ ਵਿਆਹ ਜਿਹੜੇ ਨੇ, ਯਾਨੀ ਬਦੋਬਦੀ ਦੇ ਵਿਆਹ ਔਰ ਬਦੋਬਦੀ ਜਿਹੜਾ ਕਿਸੇ ਦਾ ਧਰਮ ਤਬਦੀਲੀ ਹੈ, ਇਹਦੇ ਬਾਰੇ, ਕਿਉਂਕਿ ਕੇਸਿਸ ਜਿਹੜੇ ਰੋਜ਼ ਬਰੋਜ਼ ਵੱਧ ਰਹੇ ਨੇ, ਔਰ ਇਹਾਨਤ ਮਜ਼ਹਬ ਜਿਹੜੀ ਹੈ, ਮਤਲਬ ਤੋਹੀਨੇ ਮਜ਼ਹਬ ਦੇ ਜਿਹੜੇ ਕੇਸਿਸ ਨੇ ਉਹ ਦਿਨੋਂ ਦਿਨ ਉਹਦੇ ਵਿੱਚ ਵੱਧ ਰਹੇ ਨੇ, ਔਰ ਜਿਹੜਾ ਸਭ ਤੋਂ ਜ਼ਿਆਦਾ ਸੈਂਸਿਟਿਵਿਟੀ ਹੈ ਉਹ ਮਾਈਨੋਰਿਟੀਜ਼ ਨੂੰ ਹੈ। ਮੈਂ ਸਿਰਫ ਕ੍ਰਿਸਚਨ ਮਾਈਨੋਰਿਟੀਜ਼ ਦੀ ਗੱਲ ਨਹੀਂ ਕਰ ਰਿਹਾ, ਮੈਂ ਆਲ ਮਾਈਨੋਰਿਟੀਜ਼ ਦੀ ਗੱਲ ਕਰ ਰਿਹਾ। ਇਹਦੇ ਬਾਰੇ ਐਲਬਰਟ ਡੇਵਿਡ ਔਰ ਮਾਈਨੋਰਿਟੀ ਕਮਿਸ਼ਨ ਕੀ ਸੋਚਦਾ ਹੈ? ਔਰ ਕਿਉਂਕਿ ਤੁਸੀਂ ਖੁਦ ਵੀ ਪ੍ਰੋਸੀਕਿਊਸ਼ਨ 'ਤੇ ਕਾਫੀ ਦੇਰ ਤੋਂ ਕੰਮ ਕਰ ਰਹੇ ਹੋ, ਔਰ ਤੁਸੀਂ ਕਾਫੀ ਸਾਰੀਆਂ ਸਾਡੀਆਂ ਬੱਚੀਆਂ ਮੋੜ ਕੇ ਵੀ ਲਿਆਂਦੀਆਂ ਨੇ, ਕਾਫੀ ਸਾਰੀ ਬੱਚੀਆਂ ਨੂੰ ਤੁਸੀਂ ਦੁਬਾਰਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਖਾਨਦਾਨ 'ਚ ਬਹਾਲ ਵੀ ਕੀਤਾ ਹੈ। ਇਹ ਆਪਣੇ ਐਕਸਪੀਰੀਅੰਸ ਦੀ ਬੁਨਿਆਦ 'ਤੇ ਕਹੋ ਕਿ ਵੀ ਇਹਦਾ ਹੱਲ ਕੀ ਹੈ। ਤੁਸੀਂ ਕਿਹਾ ਪਾਲਿਸੀ ਸਟੇਟਮੈਂਟ, ਮੇਰਾ ਮੌਕਫ ਨਹੀਂ ਹੋਣਾ ਚਾਹੀਦਾ, ਕਲੀਅਰ ਕੱਟ। ਠੀਕ ਹੈ ਜੀ, ਕਿਸੇ ਦਾ ਵੀ ਮਜ਼ਹਬ ਜਬਰੀ ਤੌਰ 'ਤੇ ਤਬਦੀਲ ਨਹੀਂ ਹੋਣਾ ਚਾਹੀਦਾ, ਕਿਸੇ ਦੀ ਵੀ ਸ਼ਾਦੀ ਜਬਰੀ ਤੌਰ 'ਤੇ ਨਹੀਂ ਹੋਣੀ ਚਾਹੀਦੀ, ਔਰ ਸਾਡਾ ਕੌਨਸਟੀਟਿਊਸ਼ਨ ਇਸ ਗੱਲ ਦੀ ਗਾਰੰਟੀ ਦਿੰਦਾ ਹੈ, ਔਰ ਕੌਨਸਟੀਟਿਊਸ਼ਨ ਨੂੰ ਇੰਪਲੀਮੈਂਟ ਹੋਣਾ ਚਾਹੀਦਾ। ਉਹਦੇ ਤੋਂ ਵੱਧ ਕੇ ਦੇਖੋ, ਆਈਨ ਤੋਂ ਵੀ ਵੱਧ ਕੇ ਤੁਹਾਡੇ ਮਾਸ਼ਰਤੀ ਰਵੱਈਏ ਹੁੰਦੇ ਨੇ, ਸਹੀ, ਸਾਡਾ ਰਹਿਣ ਸਹਿਣ ਠੀਕ ਹੈ ਜੀ, ਮਾਸ਼ਰਤੀ ਇਕਦਾਰ ਹੁੰਦੀਆਂ ਨੇ, ਨੋਰਮਸ, ਵੈਲਿਊਜ਼, ਔਰ ਅਸੀਂ ਜਿਸ ਮਾਸ਼ਰੇ ਵਿੱਚ ਰਹਿ ਰਹੇ ਹਾਂ ਸ਼ਾਇਦ ਉਹਦੀਆਂ ਨੋਰਮਸ ਔਰ ਉਹਦੀਆਂ ਵੈਲਿਊਜ਼ ਵੀ ਇਹੀ ਕਹਿੰਦੀਆਂ ਨੇ ਕਿ ਜ਼ਬਰਦਸਤੀ ਔਰ ਜਬਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਐਂਡ ਦਿਸ ਇਜ਼ ਮਾਈ ਪੋਲਿਸੀ ਸਟੇਟਮੈਂਟ ਕਿ ਇਹ ਨਹੀਂ ਹੋਣਾ ਚਾਹੀਦਾ। ਦੂਸਰੀ ਤਰਫ ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ, ਠੀਕ ਹੈ। ਨੰਬਰ 1, ਫੋਰਸਡ ਮੈਰਿजेस ਐਂਡ ਫੋਰਸਡ ਕਨਵਰਜਨਸ। ਸਾਨੂੰ ਆਪਣੀ ਲਾਈਨ ਥੋੜੀ ਜਿਹੀ ਤਬਦੀਲ ਕਰਨੀ ਪਏਗੀ, ਸਾਨੂੰ ਮਜ਼ਹਬ ਦਾ ਇਸ਼ੂ ਨਹੀਂ ਇਹਨੂੰ ਬਣਾਉਣਾ ਪਏਗਾ, ਇੱਕ ਮਜ਼ਹਬੀ ਟਕਰਾਓ ਨਹੀਂ ਪੈਦਾ ਕਰਨਾ ਚਾਹੀਦਾ। ਰਿਐਲਿਟੀਜ਼ ਨੂੰ ਵੀ ਵੇਖਣਾ ਹੈ ਨਾਸਿਰ ਸਾਹਿਬ, ਅਸੀਂ 3% ਹਾਂ ਜੀ, ਆਫੀਸ਼ੀਅਲੀ, ਜੀ, ਸ਼ਾਇਦ ਸਾਡੇ ਵਾਸਤੇ 97% ਦਾ ਮੁਕਾਬਲਾ ਉਹਨੂੰ ਇੱਕ ਮਜ਼ਹਬੀ ਇਸ਼ੂ ਬਣਾ ਕੇ ਕਰਨਾ ਨਾਮੁਮਕਿਨ ਹੈ। ਲੇਕਿਨ ਇਹਨੂੰ ਇੱਕ ਸਮਾਜੀ ਮਸਲਾ ਤੇ ਬਣਾਇਆ ਜਾ ਸਕਦਾ ਹੈ, ਕਿਉਂਕਿ ਜਬਰੀ ਸ਼ਾਦੀ ਇੱਕ ਮੁਸਲਮਾਨ ਬੱਚੀ ਦੀ ਵੀ ਹੁੰਦੀ ਹੈ। ਠੀਕ ਹੈ, ਸਾਡੀਆਂ ਜਿਹੜੀਆਂ ਮੁਸਲਿਮ ਬੱਚੀਆਂ ਨੇ ਉਹਨਾਂ ਨਾਲ ਵੀ ਜ਼ਿਆਦਤੀ ਦੇ ਕੇਸ ਉਸੇ ਤਰ੍ਹਾਂ ਰੋਜ਼ ਅਖਬਾਰਾਂ ਦੀ ਔਰ ਮੀਡੀਆ ਦੀ ਜ਼ੀਨਤ ਬਣ ਰਹੇ ਨੇ ਜਿਸ ਤਰ੍ਹਾਂ ਸਾਡੀਆਂ ਬੱਚੀਆਂ ਦੇ ਬਣ ਰਹੇ ਨੇ। ਲੈਟਸ ਵਰਕ ਟੁਗੇਦਰ ਔਰ ਇਹਨੂੰ ਇੱਕ ਪਾਕਿਸਤਾਨ ਦੀਆਂ ਬੱਚੀਆਂ ਦਾ ਮਸਲਾ ਇੱਕ ਸਮਾਜੀ ਮਸਲਾ ਬਣਾਈਏ, ਔਰ ਅਸੀਂ ਮਿਲ ਕੇ ਪਾਕਿਸਤਾਨ ਦੀ ਬੱਚੀਆਂ ਦੀ ਹਿਫਾਜ਼ਤ ਵਾਸਤੇ ਕੰਮ ਕਰੀਏ। ਇਸ ਗੱਲ ਤੋਂ ਮੁਬਰਰਾ ਕਿ ਉਸ ਬੱਚੀ ਦਾ ਮਜ਼ਹਬ ਕੀ ਹੈ, ਕਿਸੇ ਵੀ ਬੱਚੀ ਨਾਲ ਇਹ ਜ਼ਿਆਦਤੀ ਨਹੀਂ ਹੋਣੀ ਚਾਹੀਦੀ।
कम उम्री दी शादी बच्चियां दी जिंदगी वास्ते एक बहुत बड़ा खतरा तबाह कर ਦਿੰਦੀ ਹੈ ਬੱਚਿਆਂ ਦੀ ਜ਼ਿੰਦਗੀ। ਤੇ ਮੈਂ ਇਹ ਕਹਾਂਗਾ ਅਸੀਂ ਕਮਿਸ਼ਨ ਵੱਲੋਂ ਬੜਾ ਕਲੀਅਰ ਕੱਟ ਗਵਰਨਮੈਂਟ ਨੂੰ ਇਹ ਦਿੱਤਾ ਹੈ ਕਿ ਜੀ ਜਬਰੀ ਮਜ਼ਹਬ ਤਬਦੀਲੀ ਦੇ ਖਿਲਾਫ ਕਾਨੂੰਨ ਬਣਨਾ ਚਾਹੀਦਾ, ਉਹਦੀ ਡੈਫੀਨੇਸ਼ਨਸ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਨੇ। ਅਸੀਂ ਉਹਦੇ ਤੇ ਸਟੈਂਡ ਕਰਨੇ ਆ ਐਜ਼ ਅ ਕਮਿਸ਼ਨ, ਐਜ਼ ਅ ਪਰਸਨ ਆਈ ਸਟੈਂਡ ਔਨ ਇਟ in my personal capacity and again ਖੁਦਾ ਨੇ ਫਜ਼ਲ ਕੀਤਾ ਕਿ ਮੈਂ ਉਸ ਕਮੇਟੀ ਦਾ ਵੀ ਸਬ ਕਮੇਟੀ ਦਾ ਮੈਂਬਰ ਹਾਂ ਜਿਹੜੀ ਫੋਰਸ ਕਨਵਰਜਨਸ ਤੇ ਕੰਮ ਕਰ ਰਹੀ ਹੈ। ਔਰ ਅਸੀਂ ਇਹ ਬਿੱਲ ਤੁਹਾਨੂੰ ਪਤਾ ਨਾ ਕਿ ਵਿਡਰਾ ਹੋ ਗਿਆ। ਇੱਕ ਚੀਜ਼ ਹੋਰ ਹੈ ਜਿਹੜੀ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਮੁਸਤਰਦ ਨਹੀਂ ਹੋਇਆ ਇਹ ਬਿੱਲ, ਇਹ ਸਿਰਫ ਵਿਡਰਾ ਹੋਇਆ ਹੈ। ਮੁਸਤਰਦ ਉਦੋਂ ਹੁੰਦਾ ਜਦੋਂ ਇਹ ਪਾਰਲੀਮੈਂਟ ਵਿੱਚ ਜਾਂਦਾ, ਇਹ ਬਿੱਲ ਪਾਰਲੀਮੈਂਟ ਵਿੱਚ ਗਿਆ ਹੀ ਨਹੀਂ, ਠੀਕ ਹੈ। ਇਹ ਵਿਡਰਾ ਹੋਇਆ ਵੇ, ਮੁਸਤਰਦ ਨਹੀਂ ਹੋਇਆ, ਲਿਹਾਜ਼ਾ ਸਾਡੇ ਕੋਲ ਹਾਲੇ ਵੀ ਕੰਮ ਕਰਨ ਦਾ ਇੱਕ ਆਪਸ਼ਨ ਇਹਦੇ ਤੇ ਹੈ। ਔਰ ਅਸੀਂ ਇੱਕ ਕਮੇਟੀ ਫਾਰਮ ਕੀਤੀ ਹੈ ਔਰ ਕਮੇਟੀ ਇਸਲਾਮੀ ਨਜ਼ਰੀਆਤੀ ਕਾਉਂਸਲ ਨਾਲ ਬੈਠ ਕੇ ਇਸ ਬਿੱਲ ਨੂੰ ਅਸਰ ਨੌ ਵੇਖੇਗੀ ਜਿਹੜਾ ਪ੍ਰਪੋਜ਼ ਕੀਤਾ ਗਿਆ ਸੀ, ਔਰ ਜਿੱਥੇ ਉਹਨੂੰ ਬਿਹਤਰ ਔਰ ਮੈਂ ਵਰਡ ਇਸਤੇਮਾਲ ਕਰਾਂਗਾ ਕਾਬਿਲੇ ਕਬੂਲ ਬਣਾਇਆ ਜਾ ਸਕਦਾ ਸਾਰਿਆਂ ਵਾਸਤੇ, ਅਸੀਂ ਕੰਮ ਕਰਾਂਗੇ ਉਹਦੇ ਤੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਤੇ ਕੋਈ ਲੈਜਿਸਲੇਸ਼ਨ ਜਿਹੜੀ ਹੈ ਉਹ ਜ਼ਰੂਰ ਆਏ ਔਰ ਆਣੀ ਚਾਹੀਦੀ ਹੈ, ਕਿਉਂਕਿ ਅਗੇਨ ਅਕਲੀਤਾਂ ਵਲਨਰੇਬਲ ਹੁੰਦੀਆਂ ਨੇ। ਅਕਲੀਤਾਂ ਵਾਸਤੇ ਸਪੈਸ਼ਲ ਕੰਮ ਕਰਨਾ ਪੈਂਦਾ ਵੇ। ਇਹਦੇ ਵਿੱਚ ਇੱਕ ਵਰਡ ਹੁੰਦਾ ਵੇ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਦਾ, ਇੱਕ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਕਰਨੀ ਪੈਂਦੀ ਹੈ ਤਾਂ ਕਿ ਤੁਸੀਂ ਆਪਣੀਆਂ ਅਕਲੀਤਾਂ ਨੂੰ ਜਾਂ ਵਲਨਰੇਬਲ ਜਾਂ ਅੰਡਰ ਪ੍ਰਿਵਿਲੇਜ ਤਬਕੇ ਨੂੰ ਉੱਤੇ ਲੈ ਕੇ ਆਓ। ਡਿਸਕ੍ਰਿਮੀਨੇਸ਼ਨ ਮੈਂ ਜਿਹੜਾ ਵਰਡ ਯੂਜ਼ ਕੀਤਾ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਦੀ ਜ਼ਰੂਰਤ ਹੈ ਔਰ ਬਹੁਤ ਸਾਰੇ ਮੈਜਰਸ ਦੀ ਜ਼ਰੂਰਤ ਹੈ ਔਰ ਇਸ ਕੰਮ ਨੂੰ ਰੁਕਣਾ ਚਾਹੀਦਾ ਹੈ। ਔਰ ਐਸੇ तमाम ਲੋਕੀ ਜਿਨ੍ਹਾਂ ਨੂੰ ਸੋਸ਼ਲੀ ਤੌਰ ਤੇ ਸਪੋਰਟ ਕੀਤਾ ਜਾਂਦਾ ਹੈ ਇਹੋ ਜਿਹੇ ਕੰਮ ਤੇ, ਉਹਨਾਂ ਸਾਰਿਆਂ ਦਾ ਇਹਤਸਾਬ ਹੋਣਾ ਚਾਹੀਦਾ ਹੈ। ਔਰ ਜਦੋਂ ਤੱਕ ਅਸੀਂ ਇੱਕ ਮਿਸਾਲ ਤੁਹਾਨੂੰ ਮੈਂ ਦੇਣਾ, ਔਰ ਇਹ ਗੱਲ ਮੈਂ ਪਾਰਲੀਮਾਨੀ ਕਮੇਟੀ ਜਿਹੜੀ ਸੀ ਫੋਰਸਡ ਕਨਵਰਜਨਸ ਦੇ ਉਹਦੇ ਜਿਹੜੇ ਚੇਅਰਮੈਨ ਸਨ ਸੈਨੇਟਰ ਸਨ, ਇੱਕ ਮੈਂ ਉਹਨਾਂ ਨੂੰ ਇਹ ਕਹੀ ਸੀ, ਮੈਂ ਕਿਹਾ ਸੀ ਤੁਸੀਂ ਜਿਹੜੇ ਕਾਨੂੰਨ ਮੌਜੂਦਾ ਨੇ ਨਾ ਤੁਸੀਂ ਉਹਨਾਂ ਨੂੰ ਹੀ ਲਾਗੂ ਕਰਾ ਦਿਓ ਨਾ, ਤੇ ਸਾਨੂੰ ਨਵੇਂ ਕਾਨੂੰਨ ਦੀ ਜ਼ਰੂਰਤ ਯਾਨੀ ਇੰਪਲੀਮੈਂਟੇਸ਼ਨ ਇਜ਼ ਮੋਰ ਇੰਪੋਰਟੈਂਟ ਦੈਨ ਮੇਕਿੰਗ ਅ ਨਿਊ ਲਾਅ। ਔਰ ਅਗੇਨ ਮੈਂ ਤੁਹਾਡੀ ਗੱਲ ਨੂੰ ਡਬਲ ਕਰ ਰਿਹਾ ਕਿ ਮੈਂ ਫੋਰਸ ਕਨਵਰਜਨਸ ਦੇ ਬਿੱਲ ਤੇ ਵੀ ਇਹ ਕਿਹਾ ਸੀ ਤੁਸੀਂ ਬਿੱਲ ਬਣਾ ਦੋਗੇ, ਇੰਪਲੀਮੈਂਟ ਕਰਾਓਗੇ ਕਿ ਨਹੀਂ? ਇਨਫੋਰਸਮੈਂਟ ਕਿਸ ਤਰ੍ਹਾਂ ਹੋਏਗੀ? ਸਹੀ, ਇਨਫੋਰਸਮੈਂਟ ਦਾ ਮੈਕੈਨਿਜ਼ਮ ਜਦੋਂ ਤੱਕ ਕਲੀਅਰ ਨਹੀਂ ਹੋਏਗਾ ਨਾ, ਜਦੋਂ ਤੱਕ ਤੁਸੀਂ ਲੋਕਾਂ ਨੂੰ ਸਜ਼ਾ ਨਹੀਂ ਦੋਗੇ, ਉਦੋਂ ਤੱਕ ਤੁਸੀਂ ਜਿੰਨੇ ਮਰਜ਼ੀ ਕਾਨੂੰਨ ਬਣਾਈ ਜਾਓ, ਕੋਈ ਫਰਕ ਨਹੀਂ ਪੈਂਦਾ। ਸਾਡੇ CPRC ਵਿੱਚ ਇਹ ਗੱਲ ਬੜੀ ਕਲੀਅਰ ਹੈ ਕਿ ਅੰਡਰ ਏਜ ਬੱਚੀ ਨਾਲ ਤੁਸੀਂ ਸ਼ਾਦੀ ਕਰ ਵੀ ਲੈਂਦੇ ਹੋ ਨਾ ਤੇ ਉਹ ਰੇਪ ਕੰਸੀਡਰ ਹੋਏਗਾ, ਇਟ ਵਿਲ ਬੀ ਕੰਸੀਡਰਡ ਐਜ਼ ਅ ਰੇਪ। ਮੈਂ ਸਵਾਲ ਕੀਤਾ ਸੀ ਕਿ ਅੱਜ ਤੱਕ ਤੁਸੀਂ ਕਿੰਨੇ ਲੋਕਾਂ ਨੂੰ ਉਸ ਕਾਨੂੰਨ ਵਿੱਚ ਚਾਰਜ ਕਰਕੇ ਸਜ਼ਾ ਦਿਲਵਾਈ ਹੈ? ਉਹਨੂੰ ਤੇ ਕਵਰ ਕਰ ਦਿੱਤਾ ਜਾਂਦਾ ਹਲੇ ਉਹ ਲਾਅ ਹੈਗਾ ਸ਼ਾਇਦ 190 ਇਸ ਤਰ੍ਹਾਂ ਦਾ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਹੈ, ਲੇਕਿਨ ਇਟ ਇਜ਼ ਕੰਸੀਡਰਡ ਅ ਰੇਪ। ਭਾਵੇਂ ਤੁਸੀਂ ਕਹਿੰਦੇ ਕਿ ਤੁਸੀਂ ਨਿਕਾਹ ਕਰ ਲਿਆ, ਸਜ਼ਾ ਮੌਤ ਹੈ। ਤੇ ਮੈਂ ਕਿਹਾ ਤੁਸੀਂ ਉਸ ਲਾਅ ਨੂੰ ਤੁਸੀਂ ਇੰਪਲੀਮੈਂਟ ਕਰਾਉਣਾ ਸ਼ੁਰੂ ਕਰੋ ਨਾ, 2-4 ਲੋਕੀ ਟੰਗੋ ਤੇ ਵੇਖੋ ਇਹ ਕੰਮ ਕਿਸ ਤਰ੍ਹਾਂ ਰੁਕਦਾ ਹੈ। ਤੇ ਨਵੇਂ ਕਾਨੂੰਨ ਬਣਨੇ ਚਾਹੀਦੇ ਨੇ, ਲੇਕਿਨ ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਵੀ ਇੰਸ਼ੋਰ ਹੋਣੀ ਚਾਹੀਦੀ ਹੈ। ਬਟ ਟੂ ਐਂਡ ਮੈਂ ਇੱਕ ਵਾਰੀ ਫਿਰ ਇਹ ਕਹਾਂਗਾ ਕਿ ਫੋਰਸਡ ਕਨਵਰਜਨ ਇਜ਼ ਰੋਂਗ। ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਮਸਲਾ ਵੇ, ਇੱਕ ਬਹੁਤ ਵੱਡਾ ਇਸ਼ੂ ਹੈ। ਔਰ ਇਹ ਕਹਿ ਦੇਣਾ ਕਿ ਜੀ 2 ਕੇਸਿਸ ਹੋਏ ਜਾਂ 4 ਕੇਸਿਸ ਹੋਏ ਇਹਨਾਂ ਤੇ ਕਾਨੂੰਨ ਸਾਜ਼ੀ ਜਿਹੜੀ ਉਹ ਜ਼ਰੂਰੀ ਨਹੀਂ ਹੈ, ਨਹੀਂ, ਇਹਦੇ ਤੇ ਕਾਨੂੰਨ ਸਾਜ਼ੀ ਜ਼ਰੂਰਤ ਹੈ। ਇੱਕ ਇਨਸਾਨ ਦੀ ਜ਼ਿੰਦਗੀ ਵੀ ਉਨੀ ਕੀਮਤੀ ਹੈ ਜਿੰਨੀ 100 ਦੀ ਜਾਂ 50 ਦੀ ਜਾਂ 1000 ਦੀ ਹੁੰਦੀ ਹੈ, ਤੇ ਇੱਕ ਬੱਚੀ ਦਾ ਮੁਸਤਕਬਲ ਵੀ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਪੂਰੀ ਕੌਮ ਦੀਆਂ ਬੱਚੀਆਂ ਦਾ। ਤੇ ਇਹਦੇ ਤੇ ਬਿਲਕੁਲ ਹੋਣਾ ਚਾਹੀਦਾ। ਔਰ ਤੁਸੀਂ ਮੇਰੇ ਵੱਲੋਂ ਇਸ ਗੱਲ ਤੇ ਰੱਖੋ ਕਿ ਅਸੀਂ ਇਹਦੇ ਤੇ ਕੰਮ ਰੋਕਿਆ ਨਹੀਂ, ਹਾਲਾਂਕਿ ਬਿੱਲ ਵਿਡਰਾ ਹੋ ਗਿਆ ਵੇ, ਇਹਦੇ ਤੇ ਹਾਲੀ ਵੀ ਕੰਮ ਹੋ ਰਿਹਾ ਵੇ। ਜ਼ਾਹਿਰ ਹੈ ਬਿਲਕੁਲ ਸਾਹਮਣੇ ਬੈਕ ਕੇ ਤੇ ਨਹੀਂ ਹੁੰਦਾ, ਲੇਕਿਨ ਬੈਕ ਐਂਡ ਤੇ ਅਸੀਂ ਕੰਮ ਇਹਦੇ ਤੇ ਹੱਲ ਵੀ ਕਰਾਂਗੇ। ਸਰ ਕੰਮ ਤੇ ਦਫ਼ਤਰ 'ਚ ਹੀ ਹੋਏਗਾ, ਜ਼ਾਹਿਰ ਹੈ ਤੇ ਕੈਮਰੇ ਦੇ ਸਾਹਮਣੇ ਤੇ ਨਹੀਂ ਹੋ ਸਕਦਾ, ਲੇਕਿਨ ਉਹਦੇ ਤੇ ਕੰਮ ਉਹਦੇ ਤੇ ਹੋ ਰਿਹਾ ਵੇ। ਮੈਂ ਤੁਹਾਨੂੰ ਇਹ ਕੰਮ ਹੋ ਰਿਹਾ। ਟੀਨ ਐਲਬਰਟ ਡੇਵਿਡ ਸਾਹਿਬ ਤੁਹਾਡੇ ਵਾਸਤੇ ਮੌਜੂਦ ਹੈ, ਤੁਸੀਂ ਕੋਈ ਐਸੀ ਗੱਲ ਜਿਹੜੀ ਰਹਿ ਗਈ ਹੈ ਜਾਂ ਕੋਈ ਖਾਸ ਮੈਸੇਜ ਜਾਂ ਕੋਈ ਨਸੀਹਤ ਜਾਂ ਕੁਝ ਵੀ ਜਿਹੜੀ ਸਾਡੇ ਨਾਜ਼ਰੀਨ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਪਲੀਜ਼। ਕੌਮ ਵਾਸਤੇ ਜਿਹੜਾ ਪੈਗਾਮ ਹੈ ਨਾਸਿਰ ਭਾਈ, ਉਹ ਮੈਂ ਖਾਸ ਤੌਰ ਤੇ ਨੌਜਵਾਨਾਂ ਨਾਲ ਮੁਖਾਤਬ ਹੋਣਾ ਚਾਹਾਂਗਾ। ਔਰ ਮੈਂ ਸਿਰਫ ਇੱਕ ਗੱਲ ਕਹਾਂਗਾ ਆਪਣੇ ਨੌਜਵਾਨਾਂ ਨੂੰ ਕਿ ਜਿਹੜੀ ਗੱਲ ਮੈਂ ਆਪਣੀ ਗੁਫ਼ਤਗੂ ਦੇ ਦੌਰਾਨ ਵੀ ਕਹੀ ਸੀ ਕਿ ਵੱਡੀ ਸੋਚ ਕਰ ਲਓ ਆਪਣੀ। ਛੋਟਾ ਸੋਚੋਗੇ ਤੇ ਛੋਟਾ ਹੋਏਗਾ, ਵੱਡਾ ਕਰਨਾ ਚਾਹੁੰਦੇ ਹੋ ਤੇ ਵੱਡਾ ਸੋਚਣਾ ਸ਼ੁਰੂ ਕਰੋ।
ਆਪਣੇ ਮਸਾਇਲ ਨੂੰ ਨੈਸ਼ਨਲ ਕੰਟੈਕਸਟ ਵਿੱਚ ਵੇਖਣਾ ਸ਼ੁਰੂ ਕਰੋ, ਵੱਡੀ ਤਸਵੀਰ ਦਾ ਹਿੱਸਾ ਬਣਨਾ ਸ਼ੁਰੂ ਕਰੋ। ਔਰ ਇਹਦੀ ਮਿਸਾਲ ਮੈਂ ਤੁਹਾਨੂੰ ਸਿਰਫ ਇਹ ਦਾਂਗਾ, ਨਾਸਿਰ ਸਾਹਿਬ, ਉਹ ਤੁਸੀਂ ਵੇਖਿਆ ਨਾ ਸਾਡੇ ਬੱਚੇ ਜਿਗਸਾ ਪਜ਼ਲ ਕਰਦੇ ਨੇ, ਮੁxtਲਿਫ ਪਜ਼ਲਸ ਜੋੜ ਕੇ ਇੱਕ ਤਸਵੀਰ ਮੁਕੰਮਲ ਕਰਦੇ ਨੇ, ਵੱਡੀ ਤਸਵੀਰ। ਉਹਦੇ ਵਿੱਚ ਹਰ ਪੀਸ ਇੰਪੋਰਟੈਂਟ ਹੁੰਦਾ ਹੈ, ਇੱਕ ਵੀ ਪੀਸ ਮਿਸਿੰਗ ਹੋਏ ਤੇ ਤਸਵੀਰ ਮੁਕੰਮਲ ਨਹੀਂ ਹੁੰਦੀ। ਆਪਣੇ ਆਪ ਨੂੰ ਉਸ ਪਜ਼ਲ ਦਾ ਇੱਕ ਹਿੱਸਾ ਸਮਝਣਾ ਸ਼ੁਰੂ ਕਰ ਦਿਓ, ਤੁਹਾਡੇ ਬਗੈਰ ਇਹ ਤਸਵੀਰ ਮੁਕੰਮਲ ਨਹੀਂ ਹੋਣੀ। ਜਦੋਂ ਤੱਕ ਤੁਸੀਂ ਉਸ ਤਸਵੀਰ ਦਾ ਹਿੱਸਾ ਨਹੀਂ ਬਣੋਗੇ, ਤਸਵੀਰ ਮੁਕੰਮਲ ਨਹੀਂ ਹੋਣੀ। ਅਮਲੀ ਤੌਰ ਤੇ ਕੰਮ ਕਰੋ ਔਰ ਆਪਣੀ ਸੋਚ ਨੂੰ ਬਦਲੋ। ਪਾਕਿਸਤਾਨ ਸਾਡਾ ਮੁਲਕ ਹੈ, ਸਾਡੇ ਚੋਂ ਸ਼ਾਇਦ 10,000 20,000 50,000 ਲੱਖ ਪਾਕਿਸਤਾਨ ਛੋੜ ਕੇ ਚਲੇ ਜਾਣਗੇ, ਲੇਕਿਨ ਲੱਖਾਂ ਨੇ ਇੱਥੇ ਹੀ ਰਹਿਣਾ ਵੇ। ਅਸੀਂ ਆਪਣਾ ਮੁਸਤਕਬਲ, ਆਪਣੀ ਪਹਿਚਾਨ ਇਸ ਮੁਲਕ ਵਿੱਚ ਬਣਾਉਣੀ ਹੈ ਔਰ ਇੱਕ ਮਜ਼ਬੂਤ ਪਾਕਿਸਤਾਨੀ ਸਾਡੀ ਖੁਸ਼ਹਾਲੀ ਦਾ ਸਬਬ ਔਰ ਜ਼ਰੀਆ ਹੋਏਗਾ। ਲਿਹਾਜ਼ਾ ਆਓ ਪਾਕਿਸਤਾਨ ਵਾਸਤੇ ਕੰਮ ਕਰੀਏ, ਆਪਣੀ ਕੌਮ ਵਾਸਤੇ ਕੰਮ ਕਰੀਏ ਔਰ ਇਸ ਅਲਟੀਮੇਟਲੀ ਸਾਨੂੰ ਖੁਦਾ ਨੇ ਇੱਥੇ ਰੱਖਿਆ ਹੈ, ਕਿਸੇ ਮਕਸਦ ਨਾਲ ਰੱਖਿਆ ਵੇ, ਉਸ ਮਕਸਦ ਨੂੰ ਪੂਰਾ ਕਰਨ ਦੀ